ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਇਲੈਕਸ਼ਨ ਬੜੇ ਲੰਮੇ ਸਮੇਂ ਤੋਂ ਲਮਕਿਆ ਹੋਇਆ। ਜੇਕਰ ਗੱਲ ਕਰਦੇ ਹਾਂ ਤਾਂ ਇਹਦੇ ਪਿੱਛੇ ਗਲਤੀਆਂ ਕਿਹਨਾਂ ਦੀਆਂ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਇੱਕ ਪੰਥਕ ਇਕੱਠ ਵੀ ਹੁੰਦਾ, ਉਹਦੇ ਵਿੱਚ ਸੱਦਿਆ ਜਾਂਦਾ ਪੰਥਕ ਚਰਚਾ ਕਰਨ ਦੇ ਲਈ। ਉਹਦੇ ਵਿੱਚ ਕੌਣ-ਕੌਣ ਸ਼ਖਸੀਅਤਾਂ ਪਹੁੰਚਦੀਆਂ ਤੁਹਾਡੇ ਸਾਹਮਣੇ ਸੀ, ਕੋਈ ਨਹੀਂ ਵੀ ਸ਼ਖਸੀਅਤਾਂ ਆਈਆਂ ਕਿ ਉਹਨਾਂ ਨੂੰ ਸੱਦਾ ਨਹੀਂ ਪਹੁੰਚਿਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਜਥੇਦਾਰ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਜੀ ਸਾਰੇ। ਹਾਂਜੀ, ਕੀ ਲੱਗਦਾ ਜੀ, ਇਲੈਕਸ਼ਨ 'ਚ ਸਮਾਂ ਬੜਾ ਪੈ ਰਿਹਾ, ਕਈ ਸਾਲ ਬੀਤ ਗਏ, ਹੁਣ ਵੀ ਲੱਗਦਾ ਹੋਵੇਗਾ? ਅਸੀਂ ਤੇ ਆਸ ਹੀ ਰੱਖ ਸਕਦੇ ਹਾਂ, ਲੇਕਿਨ ਸਰਕਾਰਾਂ ਨੂੰ ਚਾਹੀਦਾ, ਸ਼ਰਮ ਕਰਨੀ ਚਾਹੀਦੀ ਹੈ ਕਿ ਜਦੋਂ ਇੱਕ ਸਿੱਖਾਂ ਦੀ ਜਮਾਤ ਆ, ਇੱਕ ਸਿੱਖਾਂ ਦੀ ਸੰਸਥਾ ਆ, ਉਹਦਾ ਤੇ ਕਬਜ਼ਾ ਰੱਖਣ ਲਈ, ਆਪਣੇ ਚਹੇਤਿਆਂ ਨੂੰ ਕਬਜ਼ਾ ਕਰਾਉਣ ਲਈ ਉਹਦੇ ਤੁਸੀਂ ਇਲੈਕਸ਼ਨ ਨਾ ਕਰਾਓ, ਤੇ ਇਹ ਬਹੁਤ ਧੱਕਾ ਹੈ। ਇਹ ਸਿੱਖ ਕੌਮ ਨੂੰ ਜਿਵੇਂ ਲਵਾਰਸ ਸਮਝੀਦਾ, ਇਸ ਤਰ੍ਹਾਂ ਉਹ ਸਮਝ ਰਹੀਆਂ ਨੇ। ਇਹ ਭੁੱਲ ਜਾਣਾ ਚਾਹੀਦਾ ਸਰਕਾਰਾਂ ਨੂੰ। ਇਹ ਇਮੀਡੀਏਟਲੀ ਇਲੈਕਸ਼ਨ ਹੋਣੇ ਚਾਹੀਦੇ। ਸਰਕਾਰਾਂ ਬੜੀਆਂ ਬਦਲੀਆਂ, 5 ਸਾਲ ਬਾਅਦ ਇਹਦੇ ਇਲੈਕਸ਼ਨ ਹੋਣੇ ਚਾਹੀਦੇ। ਸਰਕਾਰਾਂ ਬਦਲੀਆਂ ਬੜੀਆਂ, ਪਰ ਇਸ ਚੀਜ਼ ਤੇ ਅੜਚਨ ਇਹੀ ਵਜ੍ਹਾ ਹੈ ਕਿ ਪਿਛਲੀ ਸਰਕਾਰ ਵੀ ਇਲੈਕਸ਼ਨ ਕਮਿਸ਼ਨ ਬਣੇ ਨੂੰ 2 ਸਾਲ ਹੋ ਗਏ ਜੀ, ਸਾਲ ਇੱਕ ਨਿਕਲ ਚੁੱਕਾ ਜੀ, ਪਰ ਆ ਵੀ ਸਰਕਾਰ ਜਿਹੜੀ ਬਣੀ ਆ, ਇਹਨੇ ਵੀ ਅਜੇ ਕੋਈ ਹਰਕਤ ਦੇ ਵਿੱਚ ਨਹੀਂ ਆਈ। ਨਾ ਦਿੱਲੀ ਸਰਕਾਰ ਨੇ ਕੋਈ ਹਰਕਤ 'ਚ ਆ ਕੇ ਇਹਨਾਂ ਨੂੰ ਆਰਡਰ ਕੀਤੇ ਆ, ਤੇ ਅਜੇ ਤੱਕ ਜਿਹੜਾ ਨਾ ਪ੍ਰੋਸੈਸ ਸ਼ੁਰੂ ਨਹੀਂ ਹੋਇਆ। ਪਹਿਲਾਂ ਕਹਿੰਦੇ ਸੀ 21 'ਚ ਹੋ ਜਾਣੀਆਂ, ਫਿਰ ਕਹਿੰਦੇ 22 ਦੇ ਸ਼ੁਰੂ 'ਚ ਹੋ ਜਾਣੀਆਂ, ਕਈ ਮਹੀਨੇ ਬੀਤ ਜਾਂਦੇ। ਕਈ ਕਹਿੰਦੇ ਤੇ ਬਹੁਤ ਕੁਛ ਆ, ਪਰ ਹੋ ਨਹੀਂ ਰਿਹਾ, ਹਾਲੀ ਹੋਇਆ ਨਹੀਂ, ਪਰ ਹੋਊਗਾ। ਕਿਉਂਕਿ ਅਸੀਂ ਹੁਣ ਪਿੰਡਾਂ ਦੇ ਲੋਕਾਂ ਨੂੰ ਜਗਾ ਰਹੇ ਆ। ਇਹ ਜਿਹੜੀ ਪਿੰਡਾਂ ਦੀ ਆਵਾਜ਼ ਆ, ਇਹ ਲੋਕਾਂ ਦੇ ਇਕੱਠ ਨੇ, ਇਹ ਉਹਨਾਂ ਨੂੰ ਦੱਸਣਗੇ ਵੀ ਜੇ ਅਸੀਂ ਪਿੰਡਾਂ 'ਚ ਜਾਣਾ, ਜੇ ਵੋਟ ਲੈਣੀ ਆ, ਤੇ ਸਾਨੂੰ ਮੰਨਣੀ ਪੈਣੀ ਗੱਲ ਜੀ। ਇੱਕ ਪੰਥਕ ਇਕੱਠ ਸੱਦਿਆ ਗਿਆ ਸੀ, ਆਇਆ ਸੀ ਸੱਦਾ ਤੁਹਾਨੂੰ? ਦੇਖੋ, ਕੋਈ ਪੰਥਕ ਇਕੱਠ ਹੁੰਦਾ ਤੇ ਜ਼ਰੂਰ ਆਉਂਦਾ, ਸਾਡੇ ਸੱਦਾ ਜ਼ਰੂਰ ਆਉਂਦਾ ਜੀ। ਜਿਸ ਬੰਦੇ ਨੇ ਪੰਥ ਦਾ ਘਾਣ ਕੀਤਾ, ਉਹਦੀ ਅਗਵਾਈ 'ਚ ਜਾ ਕੇ ਫਿਰ ਮੈਂ ਉਹਦੇ ਅੱਗੇ ਬਹਿ ਜਾਵਾਂ, ਕਾਹਦਾ ਪੰਥ ਆ ਜੀ? ਤੋ ਕੀ ਕਰੂਗਾ ਸਾਡਾ ਉਹ ਜੀ? ਜਿਸ ਬੰਦੇ ਨੇ ਕੌਮ ਦੀ ਹੋਣੀ ਨਾਲ ਮਜ਼ਾਕ ਕੀਤਾ, ਕੌਮ ਦੇ ਬੱਚਿਆਂ ਨੂੰ ਗੋਲੀਆਂ ਨਾਲ ਵਿੰਨ੍ਹਿਆ, ਉਹਨਾਂ ਨੂੰ ਮਾਰਨ ਵਾਲਿਆਂ ਨੂੰ ਦਾ ਸ਼ਰਮਦਾਤਾ ਬਣਿਆ, ਉਹ ਅੱਜ ਸਾਨੂੰ ਸੱਦੇ, ਤੇ ਇਹ ਸਾਡਾ ਅਖਲਾਕ ਤੇ ਇਜਾਜ਼ਤ ਨਹੀਂ ਦਿੰਦਾ ਕਿ ਉਹਦੇ ਅੱਗੇ ਜਾ ਕੇ ਬੈਠੀ ਅਸੀਂ ਉਹ ਸਾਡਾ ਮਸਲਾ ਹੱਲ ਕਰੂ ਜੀ। ਕੀ ਚੀਜ਼ ਆ, ਜਦੋਂ ਉਹਦੇ ਪੱਲੇ ਕੁਛ ਨਹੀਂ ਰਿਹਾ, ਉਹ ਸਾਡਾ ਮਸਲਾ ਹੱਲ ਕਿੱਥੋਂ ਕਰੂ ਜੀ? ਜਦੋਂ ਇਹਨਾਂ ਦੀ ਸਰਕਾਰਾਂ ਹੁੰਦੀਆਂ ਉਦੋਂ ਇਹੋ ਜਿਹਾ ਇਕੱਠ ਨਹੀਂ ਹੋਏ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਹੋਈ, ਹੁਣ ਇੱਕਦਮ ਹੁੰਦੀ ਹੈ। ਇਸੇ ਕਰਕੇ ਅਸੀਂ ਨਹੀਂ ਗਏ, ਇਸੇ ਕਰਕੇ ਮੈਂ ਨਹੀਂ ਗਿਆ ਜੀ, ਕਿ ਸਾਨੂੰ ਭਰੋਸਾ ਨਹੀਂ ਇਹਨਾਂ ਤੇ, ਵਿਸ਼ਵਾਸ ਨਹੀਂ ਇਹਨਾਂ ਤੇ ਕਿ ਹਾਲੇ ਵੀ ਇਹ ਆਪਣੀ ਖੇਡ ਖੇਡਣ ਲਈ ਲੋਕਾਂ ਨੂੰ ਇਕੱਠਿਆਂ ਕਰਕੇ ਤੇ ਆਪਣੀ ਦੁਕਾਨ ਖੋਲ੍ਹਣ ਲਈ ਸਾਨੂੰ ਬੁਲਾ ਰਹੇ ਨੇ। ਇਹਨਾਂ ਨੂੰ ਕੈਦੀਆਂ ਨਾਲ ਕੋਈ ਹਮਦਰਦੀ ਨਹੀਂ। ਇੱਕ ਉਮਰ ਕੈਦੀ ਹੁੰਦਾ ਕਿਸੇ ਸਟੇਟ 'ਚ ਵੀ ਹੋਵੇ, ਜਦੋਂ ਉਮਰ ਕੈਦੀ ਹੋ ਜਾਂਦਾ ਉਹ, ਤਾਂ ਉਹਨੂੰ ਇਹ ਅਧਿਕਾਰ ਹੁੰਦਾ ਕਿ ਉਹ ਆਪਣੀ ਨਿੱਜੀ ਸਟੇਟ ਜਾ ਸਕੇ, ਉੱਥੋਂ ਦੀ ਜੇਲ੍ਹ 'ਚ ਜਾ ਸਕੇ। ਉਸ ਜੇਲ੍ਹ ਦੇ ਵਿੱਚ ਜਾ ਕੇ ਇਸ ਕਰਕੇ ਜਾ ਸਕੇ ਕਿਉਂਕਿ ਉਹਦੀ ਆਸਾਨੀ ਨਾਲ ਉਹਦੇ ਮਾਪੇ ਮੁਲਾਕਾਤ ਕਰ ਸਕਣ, ਤੇ ਉਹਨੇ ਕਿਉਂਕਿ ਜੇਲ੍ਹ ਹੀ ਕੱਟਣੀ ਹੁੰਦੀ ਹੈ, ਜੇਲ੍ਹ ਇੱਥੋਂ ਦੀ ਹੋਵੇ ਜਾਂ ਉੱਥੋਂ ਦੀ, ਤੇ ਉਹਦਾ ਚਲਾਨ ਚਲੇ ਜਾਂਦਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਦੇ ਦਰਮਿਆਨ ਭੁੱਲਰ ਹੋਵੇ, ਦਇਆ ਸਿੰਘ ਲਾਹੌਰੀਆ ਹੋਵੇ, ਗੁਰਦੀਪ ਸਿੰਘ ਖਹਿਰਾ ਹੋਵੇ, ਇਹ ਜਿੰਨੇ ਵੀ ਲਾਲਪੁਰਾ ਹੋਵੇ, ਇਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਐਂਟਰ ਨਹੀਂ ਕਰਨ ਦਿੱਤਾ। ਇਹਨਾਂ ਦੇ ਆਉਣ ਨਾਲ ਮਾਹੌਲ ਖਰਾਬ ਹੋ ਜਾਊਗਾ। ਇਹਨਾਂ ਨੂੰ ਜਦੋਂ ਜੇਲ੍ਹ ਤੋਂ ਜੇਲ੍ਹ ਸ਼ਿਫਟ ਨਹੀਂ ਹੋਣ ਦਿੱਤਾ, ਤੇ ਛਡਾਊਗਾ ਕਿੱਥੇ ਅੱਜ ਉਹ? ਤੇ ਅੱਜ ਉਹਦੀ ਗੱਲ ਕੌਣ ਮੰਨੂਗਾ? ਉਹਦੇ ਪੱਲੇ ਕੀ ਅੱਜ? ਉਹਨਾਂ ਦਾ ਪੁੱਤਰ ਸਟੇਜ ਤੇ ਕਹਿ ਰਿਹਾ ਸੀ ਕਿ ਕੌਮ ਦੇ ਯੋਧੇ ਨੇ, ਜਦੋਂ ਭੀੜ ਪੈਂਦੀ ਉੱਠ ਪੈਂਦੇ ਨੇ। ਇਹ ਚੀਜ਼ਾਂ ਨੂੰ ਫਿਰ ਕਿਵੇਂ ਦੇਖਦੇ ਹੋ ਅੱਜ ਦੇ ਬਿਆਨਾਂ ਨੂੰ? ਹਾਂ, ਇਹ ਯੋਧਿਆਂ ਨੂੰ ਕਦੀ ਕਹਿੰਦਾ ਇਹ ਵਿਹਲੜ ਨੇ, ਤੇ ਇਹ ਜਿਹੜੇ ਸੜਕਾਂ ਤੇ ਬਹਿੰਦੇ ਨੇ ਵਿਹਲੜ ਨੇ, ਕਦੀ ਯੋਧਿਆਂ ਨੂੰ ਉਹ ਅੱਜ ਯੋਧੇ ਕਹਿੰਦਾ ਨਾ। ਉਹ ਅੱਜ ਉਹਨੂੰ ਪ੍ਰਮਾਤਮਾ ਨੇ ਉਹ ਤੇ ਸਮਾਂ ਇਹੋ ਜਿਹਾ ਲਿਆਂਦਾ ਕਿ ਉਹ ਹੋਰ ਬਹੁਤ ਕੁਝ ਕਹੂਗਾ ਅਜੇ, ਬਹੁਤ ਕੁਝ ਕਹੂਗਾ, ਦੇਖੋਗੇ ਤੁਸੀਂ ਜੀ। ਹਾਂ, ਕਹਿੰਦੇ ਜਥੇਦਾਰ ਸਾਹਿਬ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਗਤਾਰ ਸਿੰਘ ਹਵਾਰਾ ਜਿਹਨੂੰ ਵੀ ਕਾਤਲ ਕਿਹਾ ਸੀਗਾ, ਇਹ ਤੇ ਹੁਣ ਜਿਹੜੇ ਉਹਦੇ ਅੱਗੇ ਜਾ ਕੇ ਬਹਿ ਗਏ, ਉਹਨਾਂ ਨੂੰ ਚਾਹੀਦਾ, ਜਿਨ੍ਹਾਂ ਦੀ ਹਜ਼ੂਰੀ 'ਚ ਚੁਣਿਆ ਗਿਆ, ਉਹਨਾਂ ਨੂੰ ਚਾਹੀਦਾ ਵੀ ਤੂੰ ਮਾਮਾ ਉਦਣ ਕੀ ਕਹਿੰਦਾ ਸੀ, ਅੱਜ ਕੀ ਕਹਿ ਰਿਹਾ। ਜਿਹੜੇ ਉਹਦੇ ਅੱਗੇ ਜਾ ਕੇ ਉਹਨਾਂ ਨੂੰ ਪੁੱਛੋ ਜਾ ਕੇ ਵੀ ਕਿਉਂ ਬੈਠੇ ਉਹਦੇ ਅੱਗੇ ਜਾ ਕੇ। ਜਿਵੇਂ ਇਹ ਸਾਰੇ ਉਹਨਾਂ ਦੇ ਇਕੱਠੇ ਹੁੰਦੇ ਆ, ਉਹ ਕਈ ਉਹਨਾਂ ਨੂੰ ਸਵਾਲ ਕਰੀਏ, ਉਹ ਕਹਿੰਦੇ ਕਿ ਜੇ ਸਰਬੱਤ ਮਤਲਬ ਇਕੱਠਾ ਹੋ ਰਿਹਾ ਸਿੰਘ, ਜੇ ਕੋਈ ਮਸਲਾ ਹੱਲ ਹੁੰਦਾ, ਬੰਦੀ ਸਿੰਘਾਂ ਦੀ ਰਿਹਾਈ ਦੀ ਹੁੰਦੀ ਹੈ, ਤੇ ਸਾਨੂੰ ਅੜਚਨ ਨਹੀਂ ਬਣਨਾ ਚਾਹੀਦਾ, ਇਕੱਠੇ ਹੋ ਜਾਣਾ ਚਾਹੀਦਾ। ਦੇਖੋ ਜੀ, ਝੋਨੇ ਵਾਲੇ ਪਿੰਡ ਨਾ ਪਰਾਲੀ ਤੋਂ ਨਜ਼ਰ ਆ ਜਾਂਦੇ ਆ ਜੀ। ਜਿਸ ਪਿੰਡ 'ਚ ਫਸਲ ਚੰਗੀ ਹੋਈ, ਪਰਾਲੀ ਬਾਹਰ ਰੋਲਦੀ ਫਿਰਦੀ ਹੁੰਦੀ ਹੈ। ਇੱਥੇ ਤੇ ਉਹ ਭੰਗ ਭੋਜਦੀ ਪਈ ਆ, ਉਹਨਾਂ ਦੇ ਬਾਟੇ ਮੂੰਹ ਤੇ ਮਾਰਤੇ, ਪਿਓ ਦੇ, ਪੁੱਤਰ ਦੇ, ਜਵਾਈ ਦੇ, ਭਾਈ ਦੇ, ਭਤੀਜੇ ਦੇ, ਪੁੱਤਰ ਦੇ, ਸਾਲੇ ਦੇ। ਤੇ ਹੁਣ ਇਹਨਾਂ ਦੇ ਪੱਲੇ ਕੀ ਹੈ? ਜੇ ਕਿੱਥੇ ਜਾਣਗੇ, ਕਿੱਥੋਂ ਛਡਾਉਣਗੇ ਉਹਨਾਂ ਨੂੰ? ਜਦੋਂ ਐਜ਼ CM ਇਹ ਸਾਈਨ ਕਰਕੇ ਮੋਹਰ ਲਾ ਕੇ ਯੂਪੀ ਦੇ ਪੁਲਿਸ ਅਫਸਰਾਂ ਨੂੰ ਛਡਾ ਰਿਹਾ, ਜਿਹਨਾਂ ਸਿੱਖ ਬੱਚਾ ਮਾਰਿਆ, ਤੇ ਸਿੱਖ ਬੱਚੇ ਨਹੀਂ ਛਡਾ ਸਕਦਾ ਜੀ। ਤੇ ਅੱਜ ਕਿੱਥੋਂ ਛਡਾਊਗਾ? ਅੱਜ ਇਹਦੇ ਪੱਲੇ ਕੀ ਹੈ ਜੀ? ਤੇ ਅਸੀਂ ਇਹਦੇ ਅੱਗੇ ਕਿਉਂ ਜਾ ਕੇ ਬੈਠੀਏ ਜੀ?
ਜਿਹੜੇ ਬੈਠੇ ਨੇ ਉਹਨਾਂ ਨੂੰ ਹੋ ਸਕਦਾ ਕੋਈ ਲੱਭ ਜੂ, ਸਾਨੂੰ ਤੇ ਲੱਭਦਾ ਨਹੀਂ ਕੋਈ, ਅਸੀਂ ਤੇ ਜਾਂਦੇ ਨਹੀਂ। ਸਮੇਤ ਸੈਣੀ ਨੂੰ ਕਿਵੇਂ ਦੇਖਦੇ ਹੋ? ਇਹਨਾਂ ਵੱਲੋਂ ਡੀਜੀਪੀ ਵੀ ਲਾਇਆ ਗਿਆ, ਭੁੱਲਰ ਸਾਹਿਬ ਦੇ ਪਰਿਵਾਰ ਦਾ ਘਾਣ ਵੀ ਕੀਤਾ ਸੀ। ਮੈਂ ਇਹੀ ਉਹਨੂੰ ਸੁਖਬੀਰ ਬਾਦਲ ਨੂੰ ਉਦੋਂ ਕਿਹਾ ਸੀਗਾ ਵੀ ਤੈਨੂੰ ਅੱਜ ਗਿਲਾ ਹੈ ਕਿ ਕੇਜਰੀਵਾਲ ਛੱਡ ਸਕਦਾ, ਕਿਉਂ ਨਹੀਂ ਛੱਡਦਾ ਭੁੱਲਰ ਨੂੰ? ਭੁੱਲਰ ਦੀ ਮਾਤਾ ਠੇਡੇ ਖਾਂਦੀ ਰਹੀ ਸੁਪਰੀਮ ਕੋਰਟ 'ਚ ਆਪਣੇ ਪਤੀ ਦਾ ਹਿਸਾਬ ਲੈਣ ਲਈ, ਉਹਦੇ ਕਤਲ ਦਾ ਇਨਸਾਫ ਲੈਣ ਲਈ। ਉਹ ਜਦੋਂ ਉੱਥੇ ਗਈ ਤੇ ਉਹ 'ਚ ਫਸਦਾ ਸੀ ਸਮੇਤ ਸੈਣੀ, ਤੇ ਉਦੋਂ ਸੁਖਬੀਰ ਬਾਦਲ ਦੇ ਬਾਪ ਨੇ ਸਪੈਸ਼ਲ ਪੀਪੀ ਕਰਕੇ ਗਵਰਨਮੈਂਟ ਦੇ ਖਰਚੇ ਤੇ ਉਹਨੂੰ ਬਚਾਇਆ, ਸਮੇਤ ਸੈਣੀ ਨੂੰ ਸੁਪਰੀਮ ਕੋਰਟ 'ਚੋਂ। ਕਿਉਂ ਬਚਾਇਆ? ਫਿਰ ਉਹ ਜਿਹੜਾ ਸਮੇਤ ਸੈਣੀ ਸੀਗਾ ਉਸਨੇ ਬਰਗਾੜੀ 'ਚ ਬੱਚੇ ਕਤਲ ਕੀਤੇ ਤੇ ਕਰਵਾਏ ਹੁਕਮ ਦੇ ਕੇ, ਉਹਨੂੰ ਬਚਾਇਆ ਇਹਨਾਂ ਨੇ। ਜਿਹੜੇ ਬੱਚਿਆਂ ਨੇ ਗੋਲੀਆਂ ਚਲਾਈਆਂ, ਜਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਪ੍ਰਬੰਧਕ ਕਮੇਟੀ 'ਚ ਸਨਮਾਨਿਤ ਕੀਤਾ, ਉਹਨਾਂ ਦਾ ਸ਼ਰਮਦਾਤਾ ਬਣਿਆ। ਅੱਜ ਕਿਹਦੀ ਸੇਵਾ ਕਰਨੀ ਚਾਹੁੰਦਾ ਹੈ? ਜਿਹੜਾ ਇਹ ਬਚਾ ਰਿਹਾ, ਤੁਸੀਂ ਕਿਸ ਹਿਸਾਬ ਨਾਲ ਸੋਚਦੇ ਹੋ ਬਚਾਉਣ ਦਾ ਕਾਰਨ ਕੀ ਮੰਨਦੇ ਹੋ? ਬਚਾਉਣ ਦਾ ਕਾਰਨ ਆਪਣੀ ਸਰਕਾਰ ਨੂੰ ਬਚਾਉਣਾ ਤੇ ਆਪਣੇ ਆਪ ਨੂੰ ਦੱਸਣਾ ਵੀ ਇਹ ਮੈਨੂੰ ਤੁਹਾਡੀ ਪਰਵਾਹ ਨਹੀਂ, ਜਿੰਨੀਆਂ ਕਿ ਤੁਹਾਡੀਆਂ ਵੋਟਾਂ ਕੱਟਦੀਆਂ ਮੈਂ ਰਾਮ ਰਹੀਮ ਦੀਆਂ ਲੈ ਲੂੰਗਾ, ਮੈਨੂੰ ਤੁਹਾਡੀ ਪਰਵਾਹ ਨਹੀਂ, ਇਹ ਦੱਸਣ ਦਾ ਕਾਰਨ ਸੀ। ਅੱਜ ਜਦੋਂ ਇਹਨੂੰ ਥੁੱਕ ਦਿੱਤਾ ਸਾਰਿਆਂ ਨੇ, ਰਾਮ ਰਹੀਮ ਨੇ ਕੀ ਤੇ ਦੂਸਰਿਆਂ ਨੇ ਕੀ, ਸਿੱਖਾਂ ਨੇ ਕੀ, ਹਿੰਦੂਆਂ ਨੇ ਕੀ, ਤਾਂ ਅੱਜ ਇਹਨੂੰ ਪੰਥ ਯਾਦ ਆ ਗਿਆ। ਇਹਦਾ ਪੰਥ ਪੁਣਾ ਕਦੀ ਇਹਦੀ ਸਰਕਾਰ ਸਮੇਂ ਤੁਹਾਨੂੰ ਨਜ਼ਰ ਆਇਆ? ਅੱਜ ਅਸੀਂ ਇਹ ਤੇ ਕਿਵੇਂ ਯਕੀਨ ਕਰ ਲਈਏ? ਕਿਵੇਂ ਇਹਨੂੰ ਕਹਿ ਦਈਏ ਪੰਥ ਦਾ ਕੱਟ ਸੀਗਾ, ਇਹ ਮਲੇਸ਼ੀਆ ਦਾ ਕੱਟ ਸੀਗਾ? ਇਹਦੇ ਚ ਕੁਝ ਨਿਕਲੂਗਾ ਕਿ ਦੁਵਿਧਾ? ਜੇ ਨਿਕਲਿਆ ਤੇ ਤੁਹਾਡੇ ਸਾਹਮਣੇ ਆ ਜਾਊਗਾ, ਨਾ ਨਿਕਲਿਆ ਤੇ ਇਹਨੂੰ ਰਿਪੀਟ ਜ਼ਰੂਰ ਕਰਿਓ ਜੀ ਵੀ ਇਹ ਮਲੇਸ਼ੀਆ ਦੀ ਸਭਾ ਸੀ, ਸਾਡੇ ਨਾਲ ਧੋਖਾ ਕਰਨ ਲਈ ਇੱਕ ਵਾਰੀ ਬੈਠੀ ਸੀ, ਧੋਖਾ ਹੋਇਆ ਨਹੀਂ ਜੀ। ਮਤਲਬ ਇਹ ਤੁਹਾਨੂੰ ਲੱਗਦਾ ਕਿ ਧੋਖੇ ਤੋਂ ਬਚੇਗੀ ਕੌਮ? ਕਈ ਵਾਰ ਤਾਣੀ ਦੇ ਵਿੱਚ ਬਚ ਗਈ, ਜਿਹੜੇ ਗਏ ਹੀ ਨਹੀਂ ਉੱਥੇ 100 ਬੰਦਾ ਗਿਆ ਉੱਥੇ, ਬਚ ਗਏ ਆ। ਸਿੱਖ ਸਮਝ ਗਏ ਨੇ ਵੀ ਇਹਦੇ ਪੱਲੇ ਕੁਝ ਨਹੀਂ ਹੈਗਾ, ਇਹ ਸਾਨੂੰ ਕੀ ਦਊਗਾ ਜੀ। ਜਿਵੇਂ ਹੋਰ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ ਦੀ ਗੱਲ ਹੁੰਦੀ ਹੈ ਕਿ ਕਹਿੰਦੇ ਮਸੰਦਾਂ ਦਾ ਕਬਜ਼ਾ ਹੈ, ਇਹਨਾਂ ਨੂੰ ਆਜ਼ਾਦੀ ਦਿਵਾਉਣੀ ਚਾਹੀਦੀ ਹੈ। ਉਹ ਵੀ ਸਰਬੱਤ ਜਦੋਂ ਉਹਨਾਂ ਇਕੱਠ ਕੀਤਾ ਸੀਗਾ ਉਦੋਂ ਉਹ ਵੀ ਸਾਰੇ ਹਾਜ਼ਰ ਸੀਗੇ। ਕੀ ਲੱਗਦਾ ਕਿ ਮਸੰਦਾਂ ਜਿਵੇਂ ਉਹ ਗੱਲ ਕਹਿੰਦੇ ਆ ਪਹਿਲਾਂ ਤੇ ਬਾਅਦ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿ ਮਸੰਦਾਂ ਨਾਲ ਬਹਿੰਦੇ ਕਿਉਂ ਨੇ ਉਹ? ਜੇ ਤੁਸੀਂ ਉਹਨਾਂ ਨੂੰ ਮਸੰਦ ਸਮਝਦੇ ਤਾਂ ਉਹਨਾਂ ਨਾਲ ਬਹਿੰਦੇ ਕਿਉਂ ਜੇ? ਮਸੰਦ ਤੁਹਾਡਾ ਕੀ ਫਾਇਦਾ ਕਰ ਸਕਦੇ ਆ? ਤੁਹਾਡੇ ਤੇ ਕਦੋਂ ਰਹਿਮ ਖਾ ਸਕਦੇ? ਤੁਹਾਨੂੰ ਉਹ ਤੋਂ ਉਮੀਦ ਹੋਵੇ ਤੇ ਕਿਉਂ ਹੋਵੇ? ਉਹਨਾਂ ਨਾਲ ਕਿਉਂ ਬਹਿੰਦੇ ਜੀ? ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲਈ ਬਾਦਲ ਪਰਿਵਾਰ ਆਪਦੇ ਹਿਸਾਬ ਨਾਲ ਆਪਦੇ ਬੰਦੇ ਪੇਸ਼ ਕਰਦਾ, ਕਿਉਂਕਿ ਦੂਸਰੇ ਪਾਸੇ ਉਹਨਾਂ ਕੋਲੇ ਆਪਦੀ ਵੋਟ ਬੈਂਕ ਵੀ ਹੈਗਾ। ਸਿਆਸੀ ਪੱਖ ਚੋਂ ਦੇਖੀਏ ਤਾਂ ਵੋਟਾਂ ਵੀ ਆਪਦੇ ਹਿਸਾਬ ਨਾਲ ਤੋੜ ਮਰੋੜ ਕੇ ਉਹ ਬਣਾ ਲੈਂਦੇ ਆ। ਜੇਕਰ ਦੂਸਰੇ ਪਾਸੇ ਬਹੁਤ ਸਾਰੀਆਂ ਧਿਰਾਂ ਹੈਗੀਆਂ, ਇਕੱਠੀਆਂ ਬਹੁਤ ਘੱਟ ਹੁੰਦੀਆਂ, ਵੱਖੋ ਵੱਖ ਲੜਿਆ ਜਾਂਦਾ ਹੈ, ਤੇ ਉਹਦੇ ਨਾਲ ਲੱਗਦਾ ਨਹੀਂ ਕਿ ਬਾਦਲ ਪਰਿਵਾਰ ਨੂੰ ਫਾਇਦਾ ਹੁੰਦਾ? ਨਹੀਂ, ਇਹ ਕੇਜਰੀਵਾਲ ਦੀ ਸਰਕਾਰ ਤੋਂ ਸਿੱਖੋ। ਕੇਜਰੀਵਾਲ ਦਿੱਲੀੋਂ ਆਇਆ, ਇੱਥੇ ਵੱਡੇ ਵੱਡੇ ਮਗਰਮੱਛ ਸੀਗੇ, ਉਹ 93 ਸੀਟਾਂ ਲੈ ਗਿਆ, 92। ਜੇ ਆਪਾਂ ਉਹਨੂੰ ਮੱਤ ਦਿੰਦੇ ਪਹਿਲਾਂ ਉਹ ਧੜੇ ਨਾਲ ਗੱਲ ਕਰ, ਉਹ ਧੜੇ ਨਾਲ ਗੱਲ ਕਰ, ਤੇ ਉਹਦੀ ਤਾਂ ਬਣ ਗਈ ਸਰਕਾਰ ਫਿਰ। ਬਹੁਤ ਸਾਰੇ ਕਹਿੰਦੇ ਕਿ ਇਕੱਠੇ ਹੋ ਜਾਣੇ ਚਾਹੀਦੇ ਜਿੰਨੇ ਵੀ ਆਜ਼ਾਦ ਆ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਇੱਕ ਦਿੱਲੀ ਤੋਂ ਆਇਆ ਕੱਲ ਦਾ ਸ਼ੋਕਰਾ, ਉਹ 93 ਆਪਣੇ ਮੈਂਬਰ ਜਿਤਾ ਕੇ ਤੇ ਪਾਰਲੀਮੈਂਟ 'ਚ ਬੈਠਾ, ਵਿਧਾਨ ਸਭਾ 'ਚ ਬੈਠਾ। ਤੇ ਜੇ ਉਹਨੂੰ ਅਸੀਂ ਮੱਤ ਦਿੰਦੇ ਪਹਿਲਾਂ ਅਕਾਲੀ ਦਲ ਨਾਲ ਗੱਲ ਕਰ, ਫਿਰ ਭਾਜਪਾ ਨਾਲ ਗੱਲ ਕਰ, ਫਿਰ ਕਾਂਗਰਸ ਨਾਲ ਕਰ, ਫਿਰ ਬਸਪਾ ਨਾਲ ਕਰ, ਕਾਮਰੇਡਾਂ ਨਾਲ ਕਰ, ਇਕੱਠੇ ਕਰ, ਫਿਰ ਤੇਰੀ ਸਰਕਾਰ ਬਣੂ, ਤੇ ਉਹ ਬਣਾ ਲੈਂਦਾ। ਔਖਾ ਸੀ। ਹਾਂ, ਇਹ ਗੱਲ ਆ। ਇਹ ਸਿੱਖਾਂ ਨੇ ਏਕਤਾ ਕਰਵਾਉਣੀ ਹੈ। ਜਦੋਂ ਸਿੱਖਾਂ ਨੇ ਇਹ ਸੋਚ ਲਿਆ ਵੀ ਅਸੀਂ ਏਕਤਾ ਕਰਵਾ ਕੇ ਗੁਰਮੁਖ ਉੱਥੇ ਭੇਜਣੇ ਆ, ਭਾਵੇਂ 100 ਜਥੇਬੰਦੀ ਬਣਦੀ ਰਹੇ, ਕੋਈ ਮਾਇਨਾ ਨਹੀਂ ਰੱਖਦੀ। ਹੋਰ ਵੀ ਬਹੁਤ ਸਾਰੇ ਜਿਵੇਂ 328 ਸਰੂਪਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਲਿਖਤੀ ਰੂਪ ਦੇ ਵਿੱਚ ਜੋ ਲਿਖਿਆ, ਇਹਨਾਂ ਦੇ ਤੋੜ ਮਰੋੜ, ਇਹਨਾਂ ਚੀਜ਼ਾਂ ਤੇ ਵੀ ਇਕੱਠ ਹੁੰਦੇ ਆ, ਮਤਲਬ ਹੱਲ ਨਹੀਂ ਨਿਕਲਦਾ ਕੋਈ। ਹੱਲ ਕੀ ਨਿਕਲਣਾ ਜਦੋਂ ਸਾਡੇ ਕੋਲ ਅਕਾਲ ਤਖਤ ਨਹੀਂ ਰਿਹਾ, ਪੰਥ ਤੇ ਗ੍ਰੰਥ ਦਾ ਸਿਧਾਂਤ ਨਹੀਂ ਰਿਹਾ। ਕਦੀ ਸਾਡੇ ਪੁਰਾਤਨ ਸਿੱਖ ਸੀ ਜਿਹੜੇ, ਉਹ ਬੜੇ ਜ਼ਮੀਨ ਨਾਲ ਜੁੜੇ ਹੋਏ, ਗੁਰੂ ਦੇ ਨਾਲ ਜੁੜੇ ਹੋਏ ਸਿੱਖ ਸੀਗੇ, ਜਿਨ੍ਹਾਂ ਨੇ ਸਾਨੂੰ ਕਦੀ ਇਹ ਉਪਦੇਸ਼ ਦਿੱਤਾ ਵੀ ਤੁਸੀਂ ਸ਼ਸਤਰ ਤੇ ਸ਼ਾਸਤਰ ਦੇ ਅਭਿਆਸੀ ਬਣੋ, ਕਿਉਂਕਿ ਸਿੱਖ ਦੀ ਚਿੱਤ ਬਿਰਤੀ ਜਿਹੜੀ ਆ ਸ਼ਸਤਰ ਤੇ ਸ਼ਾਸਤਰ ਦੇ ਅਭਿਆਸ ਨਾਲ ਠਹਿਰਦੀ ਹੈ, ਸਹਿਜ ਵਿੱਚ ਆਉਂਦੀ ਹੈ। ਉਹਨਾਂ ਚੋਂ ਕਵੀ ਰਾਜ ਨਿਹਾਲ ਸਿੰਘ ਸੀਗੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸੰਬੋਧਨ ਹੋ ਕੇ ਕਿਹਾ ਸੀਗਾ, ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ ਜੋਰ ਕਹੂੰ, ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇਗੋ, ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ ਨਾਥ, ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮਾਨੇਗੋ। ਹੁਣ ਪੰਥ ਤੇ ਕਰਮਚਾਰੀ ਬਣਿਆ ਹੋਇਆ, ਉਹ ਵੀ ਨਿਗੁਰੇ ਦਾ,
ਅਖਲਾਕ ਤੋਂ ਡਿੱਗੇ ਹੋਏ ਦਾ, ਕਰਤਾਰ ਤੋਂ ਬੇਮੁਖ ਬੰਦੇ ਦਾ। ਤੇ ਪੰਥ ਦਾ ਬਣਨਾ ਕੀ ਹੈ, ਗੁਰੂ ਘਰ ਦਾ ਬਣਨਾ ਕੀ ਹੈ? ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ਕਹਿ ਕੇ ਬੁਲਾਇਆ, ਗੁਰੂ ਖਾਲਸਾ ਨਾਮ ਧਰਾਇਆ, ਉਹ ਬਾਦਲ ਦੇ ਕਰਮਚਾਰੀ ਬਣੇ ਪਏ ਨੇ। ਤੇ ਜਸਟਿਸ ਕਿੱਥੋਂ ਮਿਲੂਗਾ? ਇਹ ਜਿਹੜੇ ਐਲਾਨ ਹੋਏ ਕਿੱਥੋਂ ਪੂਰੇ ਹੋਣਗੇ? ਮੈਂ ਉਹੀ ਤੇ ਦੱਸ ਰਿਹਾ ਸੀ ਸੰਗਤ ਨੂੰ ਵੀ ਜਿਹੜਾ ਉਹਨੇ ਐਲਾਨ ਕੀਤਾ, ਇਹਨੂੰ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ। ਆ ਜਿਹੜਾ ਅੱਜ ਪ੍ਰਧਾਨ ਆ ਧਾਮੀ, ਇਹ ਕਮੇਟੀ ਦਾ ਚੇਅਰਮੈਨ ਬਣਿਆ ਸੀ, ਜਿਹੜੀ ਕਮੇਟੀ ਨੇ 70% ਪੈਸਾ ਵਸੂਲਣਾ ਸੀ ਕੋਹਲੀ ਤੋਂ, ਜਿਹੜਾ 8 ਲੱਖ ਤਨਖਾਹ ਲੈਂਦਾ, ਉਹ ਵਸੂਲ ਲਿਆ, ਉਸੇ ਤਨਖਾਹ ਤੇ ਕੰਮ ਕਰ ਰਿਹਾ। ਇਹੀ ਗਿਆਨੀ ਕਹਿ ਰਿਹਾ ਕਿ ਇਹ ਬੰਦ ਹੋ ਗਈ, ਉਹੀ ਚੱਲ ਰਹੀ ਹੈ। ਤੇ ਜੇ ਕੱਲ ਨੂੰ ਚੈਨਲ ਚੱਲਿਆ ਤੇ ਚੱਲੂਗਾ, ਸੁਖਵੀਰ ਦਾ ਹੀ ਨਾਂ ਬਦਲ ਦੇਣਗੇ, ਕਮੇਟੀ ਦਾ ਨਹੀਂ ਹੋਣਾ। ਉਹ ਕਹਿੰਦੇ ਸੀ ਕਿ ਪੰਥ ਸਾਡੀ ਸਿੱਖਾਂ ਦਾ ਆਪਦਾ ਚੈਨਲ ਹੋਵੇਗਾ। ਇਹ ਉਹਦੇ ਮੂੰਹ ਦੇ ਬਿਆਨ ਨੇ। ਇਹ ਮੈਂ ਹੁਣ ਉਹ ਸ਼ਬਦ ਨਹੀਂ ਕਹਿਣਾ ਚਾਹੁੰਦਾ ਜਿਹੜੇ ਦਸਮ ਪਾਤਸ਼ਾਹ ਨੇ ਕਦੀ ਰੰਗ ਉਹਨੂੰ ਕਹੇ ਸੀ ਕਿ ਤੇਰੀ ਜ਼ੁਬਾਨ ਨਹੀਂ ਗੀ। ਹਾਂਜੀ, ਇਹ ਇਹਨਾਂ ਦੇ ਹੈ ਨਹੀਂ, ਜ਼ੁਬਾਨ ਹੈ ਨਹੀਂ ਇਹਨਾਂ ਦੀ। ਹੁਣ ਪੰਥ ਦਾ ਬਣੂਗਾ ਕੀ? ਪੰਥ ਦਾ ਵਾਲੀਵਾਰ ਸਕਾਲਪੁਰ ਸੱਚਾ ਵਾਹਿਗੁਰੂ ਆਪ ਆ, ਦਸਮ ਪਾਤਸ਼ਾਹ ਆਪ ਆ। ਪੰਥ ਚੜ੍ਹਦੀ ਕਲਾ ਚ ਆ। ਪੰਥ ਦਾ ਜਿਹੜੇ ਘੋੜੀਆਂ ਦੀਆਂ ਕਾਠੀਆਂ ਤੇ ਸ੍ਰੀ ਸਾਹਿਬ ਹੁੰਦੀ ਸੀ ਸਰਮਾਇਆ, ਇਹ ਜੇ ਸਾਡੇ ਕੋਲ ਕੋਠੀ ਖੁੱਸ ਗਈ, ਜੇ ਕਾਰ ਖੁੱਸ ਗਈ, ਤੇ ਇਹ ਸਾਡੀਆਂ ਸਹੂਲਤਾਂ ਨੇ, ਇਹ ਸਾਡੀ ਵਿਰਾਸਤ ਨਹੀਂ। ਸਾਡੀ ਵਿਰਾਸਤ ਦਸਮ ਪਾਤਸ਼ਾਹ ਦਾ ਵਿਰਸਾ, ਉਹ ਸਾਡੇ ਤੋਂ ਕੋਈ ਨਹੀਂ ਖੋ ਸਕਦਾ। ਉਹ ਅਸੀਂ ਜਦੋਂ ਕਸ਼ਹਿਰਾ ਤੇ ਬਰੈਂਡ ਸਾਡੇ ਕੋਲ ਹੋਊਗੀ, ਉਦੋਂ ਵੀ ਅਸੀਂ ਚੜ੍ਹਦੀ ਕਲਾ ਚ ਹੋਵਾਂਗੇ ਜੀ। ਇੱਕ ਪਾਸੇ ਬਾਹਰਲੇ ਸੂਬਿਆਂ 'ਚ ਵੇਖੀਏ, ਸਿੱਖਾਂ ਦੇ ਜਿਹੜੇ ਬਜਟਾਂ ਕਮੇਟੀਆਂ ਦੇ ਉਹ ਵਾਧੇ 'ਚ ਜਾਂਦੇ ਆ, ਸ਼੍ਰੋਮਣੀ ਕਮੇਟੀ ਘਾਟੇ 'ਚ ਜਾਂਦੀ ਹੈ। ਸਭ ਤੋਂ ਜ਼ਿਆਦਾ ਮਾਨਤਾ ਪੰਜਾਬ ਦੇ ਵਿੱਚ ਆਉਂਦੇ ਗੁਰਦੁਆਰਿਆਂ ਦੇ ਵਿੱਚ ਸੰਗਤ ਬਹੁਤ ਜਾਂਦੀ ਆ। ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਨਹੀਂ, ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਬਾਲਾ ਜੀ ਮੰਦਿਰ ਦੀ ਹੈ ਜੀ, ਉਸ ਤੋਂ ਸੈਕੰਡ ਹਰਮੰਦਰ ਸਾਹਿਬ ਦੀ ਜੀ। ਕੌਮ ਸਾਡੀ ਛੋਟੀ ਜੀ ਹੈ। ਸਿੱਖਾਂ ਦੀ ਜਮਾਤ ਤੋਂ ਗੱਲ ਕਰਕੇ ਤੇ ਪੰਜਾਬ ਪਹਿਲੇ ਨੰਬਰ। ਤੋਂ ਉਹਦੇ ਵਿੱਚ ਤੁਸੀਂ ਅੱਜ ਵੈਸ਼ਨੋ ਦੇਵੀ ਦਾ ਟਰਸਟ ਆ, ਉਹਦੇ ਕੋਲੋਂ ਜੰਮੂ ਕਸ਼ਮੀਰ ਦੀ ਸਰਕਾਰ ਕਰਜ਼ਾ ਲੈਂਦੀ ਆ, ਉਸ ਟਰਸਟ ਕੋਲੋਂ। ਉਹਦੀ ਯੂਨੀਵਰਸਿਟੀ ਬਣੀ ਪਈ ਆ, ਵੂਮਨ ਯੂਨੀਵਰਸਿਟੀ ਉਹਨਾਂ ਨੇ ਬਣਾਈ, ਬਾਲਾ ਜੀ ਮੰਦਿਰ ਵਾਲਿਆਂ ਨੇ। ਤੋਂ ਪਤਾ ਨਹੀਂ ਕਿੰਨੇ ਹਜ਼ਾਰ ਕੁਇੰਟਲ ਉਹਨਾਂ ਕੋਲ ਸੋਨਾ ਪਿਆ। ਸਾਨੂੰ ਤੇ ਹੁਣ ਆ ਜਿਹੜਾ ਅਸੀਂ ਖਜ਼ਾਨਾ ਲੱਭਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ, ਖਾਲੀ ਹੋ ਗਈਆਂ ਅਲਮਾਰੀਆਂ। ਸਾਨੂੰ ਤੇ ਇਹ ਤਾਂ ਤੋਸ਼ੇ ਖਾਨੇ ਦੇ ਵਿੱਚ ਵੀ ਕੁਝ ਪਿਆ ਰਹਿ ਗਿਆ ਕਿ ਨਹੀਂ ਰਹਿ ਗਿਆ, ਉਹ ਜੇ ਦੇਖਿਆ ਹੀ ਨਹੀਂ ਅਸੀਂ, ਸਾਨੂੰ ਦਿਖਾਇਆ ਨਹੀਂ ਇਹਨਾਂ ਨੇ ਵੀ ਉੱਥੇ ਕੁਝ ਰਹਿ ਗਿਆ ਕਿ ਨਹੀਂ ਰਹਿ ਗਿਆ, ਵੀ ਪਤਾ ਨਹੀਂ ਸਾਨੂੰ। ਉਹ ਅਸੀਂ ਭਾਈ ਸਾਹਿਬ, ਅਸੀਂ ਤੁਹਾਨੂੰ ਕੀ ਦੱਸੀਏ ਵੀ ਅਸੀਂ ਬਰਬਾਦ ਹੋਏ ਪਏ ਆ। ਤੇ ਸਿੱਖਾਂ ਦੀ ਹੁਣ ਜ਼ਮੀਰ ਜਾਗਦੀ ਹੋਈ ਤੇ ਇਹ ਹਿਸਾਬ ਲੈ ਲੈਣਗੇ ਆਉਣ ਵਾਲੇ ਸਮੇਂ 'ਚ, ਤੇ ਇਸ ਪਰਿਵਾਰ ਨੂੰ ਬਾਹਰ ਕਰਨਗੇ, ਤੇ ਆਉਣ ਵਾਲੇ ਸਿੱਖ ਦੱਸਣਗੇ ਵੀ ਸਾਡਾ ਕੀ ਨੁਕਸਾਨ ਕਰ। ਜਿਹੜਾ ਘਾਟੇ 'ਚ ਜਾ ਰਿਹਾ ਹੈ, ਇਹ ਜਾਂਦਾ ਕਿੱਧਰ ਆ? ਅਸਲ ਵਿੱਚ ਕੌਮ ਤਾਂ ਦਸਵੰਧ ਦੇ ਰਹੀ ਹੈ, ਦਸਵੰਧ ਦੇ ਰਹੀ ਹੈ ਕੌਮ, ਲੇਕਿਨ ਇਹ ਜਾਂਦਾ ਜਿੱਥੇ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਜਦੋਂ ਤੁਸੀਂ ਲੰਬੀ ਦੇ ਵਿੱਚ ਜਿਹੜੇ ਕਰਜ਼ਾ ਲਿਆ ਜਿਨ੍ਹਾਂ ਜ਼ਿਮੀਂਦਾਰਾਂ ਨੇ, ਉਹਨੇ ਲਿਮਟਾਂ ਹੀ ਉਤਾਰ ਕੇ ਤੇ ਵੋਟਾਂ ਬਣਾਉਣ ਲਈ ਲੈ ਲਓ, ਤੇ ਉਹ ਕਿੱਥੋਂ ਆਉਂਦਾ ਪੈਸਾ? ਗੋਲਕ ਹੀ ਹੈ, ਕਿੱਥੋਂ ਆਉਂਦਾ ਉਹ? ਲੰਬੀ ਦੇ ਵਿੱਚ ਜਿੰਨਾ ਪੈਸਾ ਰੋੜਿਆ ਇਹਨਾਂ ਨੇ, ਜਲਾਲਾਬਾਦ 'ਚ ਇੱਧਰ ਰੋੜਿਆ, ਉਹ ਤੁਹਾਨੂੰ ਅੰਤ ਹੈਗਾ ਉਹਦਾ ਕੋਈ? ਉਹ ਕਿੱਥੋਂ ਆਉਂਦਾ ਪੈਸਾ? ਰੁੱਖ ਲੱਗਾ ਇਹਨਾਂ ਦਾ। ਇਹ ਸਾਰਾ ਪੈਸਾ ਗੁਰੂ ਘਰ ਦਾ। ਇਹਨਾਂ ਨੇ ਸ਼ਰਮ ਹਜ਼ਾਰ ਲਾਈ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਜੇ ਤੁਸੀਂ ਇੱਕ ਨੰਗਾ ਚਿੱਟਾ 12 ਕਰੋੜ ਦਾ ਚੈੱਕ ਦੇ ਰਹੇ ਹੋ ਇਹਨੂੰ, ਕਿ ਇਹਨੇ ਜੀ ਸ਼ਾਮਿਆਨਾ ਲਾਇਆ ਸੀ, ਸ਼ਾਮਿਆਨਾ ਹੱਦ ਹੋ ਗਈ। 12 ਕਰੋੜ ਰੁਪਇਆ ਕਾਰ ਸੇਵਾ ਵਾਲੇ ਬਾਬਾ ਨੂੰ ਦਿਓ, ਪੂਰੀ ਸੁਲਤਾਨਪੁਰ ਲੋਧੀ ਤੇ ਲੈਂਟਰ ਪਾ ਦੇ। 12 ਕਰੋੜ ਰੁਪਏ ਨਾ ਹਾਲ ਭਰ ਜਾਂਦਾ। 12 ਕਰੋੜ ਦੇਣ ਵਾਲਾ ਬਾਦਲ ਤੇ ਲੈਣ ਵਾਲਾ ਵੀ ਬਾਦਲ, ਉਹਦੀ ਹੈ। ਫਿਰ ਮੀਂਹ ਪੈ ਗਿਆ, ਪਾਣੀ ਖਲੋ ਗਿਆ, ਉਹ ਚ ਗਾਡਰ ਲਾ ਕੇ ਉੱਤੇ ਪਲਾਈਆਂ ਲਾਈਆਂ, ਗੱਦੇ ਵਿਛਾਏ, ਗਲੀਚੇ ਵਿਛਾਏ, ਬਹਿਣ ਵਾਲਾ ਕੋਈ ਆਇਆ ਨਹੀਂ। ਤੇ 4 ਕਰੋੜ ਹੋਰ ਰੁਪਇਆ ਲੈ ਲਿਆ ਉਹਨਾਂ ਤੋਂ। 16 ਕਰੋੜ ਨੂੰ ਗਿਆ ਤੇ ਬਾਦਲ ਦੀ। ਤੋ ਜਦੋਂ ਇਹ ਪੈਸੇ ਜਿਹੜਾ ਰਿਟਰਨ 'ਚ ਜਾ ਰਿਹਾ, ਲਿਖਤੀ ਰੂਪ 'ਚ ਜਾਣ ਡੇ, ਇਹਨਾਂ ਦਾ ਨਹੀਂ ਕੋਈ ਹਿਸਾਬ ਪੁੱਛ ਸਕਦਾ। ਤੇ ਜਿਹੜੇ ਬਿਨਾਂ ਗੋਲਕਾਂ ਹੀ ਲਈ ਜਾਂਦੇ ਆ, ਉਹਨਾਂ ਦਾ ਕੌਣ ਪੁੱਛੂਗਾ? ਜ਼ਮੀਨ ਬੜੀ ਦੱਸਦੇ ਸ਼੍ਰੋਮਣੀ ਕਮੇਟੀ ਕੋਲ। ਜ਼ਮੀਨ ਮਹਾਰਾਜ ਜੀ 20,000 ਏਕੜ ਤੋਂ ਵੱਧ ਜ਼ਮੀਨ ਹੈ, ਵਾਹੀਯੋਗ ਜ਼ਮੀਨ ਗੁਰੂ ਘਰ ਦੀ। ਹਾਂ, ਪਰ ਇਹਦੀ ਆਮਦਨੀ ਹੈ ਨਹੀਂ ਕੋਈ। ਤੇ ਠੇਕਾ ਹੀ ਬੜਾ ਚੱਲਦਾ, 70,000 ਹੋਇਆ ਪ੍ਰਧਾਨ। ਉਹ ਫਿਰ ਤੁਸੀਂ ਦੇ ਦਿੰਦੇ ਨੇ, ਇਹਨਾਂ ਨੂੰ ਨਹੀਂ ਮਿਲਦਾ। ਕਮੇਟੀ ਨੂੰ 6,000 ਮਿਲਦਾ ਬਸ। ਅੱਛਾ ਜੀ। ਹਾਂ, 6,000 ਮਿਲਦਾ। ਜੇ ਫਿਰ ਉਹ ਵੀ ਸਿਫਾਰਸ਼ਾਂ ਤੇ ਬੀਜਦੇ ਹੋਣਗੇ, ਧੱਕਾ ਧੁੱਕਾ ਕਰਕੇ ਕੋਈ ਜ਼ਿਆਦਾ ਲੈ ਲਓ, ਲਿਖਵਾ ਲਓ ਕਿਸੇ ਤੋਂ, ਉਹ ਫਿਰ ਉਹਦਾ ਮਤਾ ਪੈ ਜਾਂਦਾ ਜੀ। ਕੁਦਰਤੀ ਆਫਤ ਆ ਗਈ, ਝੱਖੜ ਆ ਗਿਆ, ਉੱਥੇ ਅੱਗ ਲੱਗ ਗਈ, ਬਿਜਲੀ ਦਾ ਕਰੰਟ ਲੱਗ ਗਿਆ, ਕਣਕ ਸੜ ਗਈ, ਇਹ ਪੈਸੇ ਮਾਫ ਕੀਤੇ ਜਾਂਦੇ। ਇਉਂ ਹੋ ਜਾਂਦਾ। ਜਿਹੜੇ ਦਸਵੰਧ ਦੇ ਤੌਰ ਤੇ ਸ਼ਰਧਾ ਦੇ ਮੁਤਾਬਕ ਕਈ ਕਣਕ ਦਿੰਦੇ ਆ, ਉਹ ਕਣਕ ਦਿੰਦੇ, ਉਹ ਇੱਕੇ ਵਾਰੀ ਜਿਹੜੀ ਆ ਉਹ ਮਿੱਲ ਦੇ ਮਾਲਕਾਂ ਨੂੰ ਚੁਕਾ ਦਿੰਦੇ ਆ।
8000 ਕੁਇੰਟਲ ਔਸਤ ਆ ਜਿਹੜੀ ਡੋਨੇਸ਼ਨ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਅਧੀਨ ਗੁਰੂ ਰਾਮਦਾਸ ਹਸਪੀਟਲ ਵੀ ਆਉਂਦਾ, ਕਾਲਜ ਵੀ ਬੜੇ ਆਉਂਦੇ ਆ। ਹਾਂ, ਇਹ ਕਿੱਧਰ ਜਾਂਦੀ ਕਮਾਈ? ਇਹ ਤੁਹਾਨੂੰ ਮੈਂ ਦੱਸਿਆ ਕਿ ਜਿਹੜੇ ਕਾਲਜ ਨੇ ਜਾਂ ਇੰਸਟੀਚਿਊਟ ਨੇ ਸਾਡੇ, ਇਹਨਾਂ ਦੇ ਵਿੱਚ ਟਰਸਟ ਬਣੇ ਨੇ ਤੇ ਟਰਸਟ ਦੇ ਮੁਖੀ ਇਹ ਲੀਡਰ ਹੀ ਨੇ। ਟਰਸਟ ਨੇ ਗਾਂ ਟਰਸਟ ਬਣਾਏ ਨੇ ਜਿਹੜੇ ਕਿ ਨਹੀਂ ਬਣਾ ਸਕਦੇ। ਜ਼ਮੀਨ ਗੁਰੂ ਦੀ, ਪੈਸਾ ਗੁਰੂ ਦਾ, ਮਾਲਕ ਆਪ। ਉਹ ਫਿਰ ਮਲਾਈ ਖਾ ਲੈਂਦੇ ਨੇ। ਜੋ ਘਾਟਾ ਪੈਂਦਾ ਤੇ ਹਰਮੰਦਰ ਸਾਹਿਬ ਦੇ ਖਾਤੇ 'ਚੋਂ 2 ਕਰੋੜ ਭੇਜ ਦਿਓ ਜੀ, ਘਾਟਾ ਪੈ ਗਿਆ, ਉਹ ਉੱਥੋਂ ਮੰਗਾ ਲੈਂਦੇ ਤੇ ਹਰਮੰਦਰ ਸਾਹਿਬ ਤੇ ਆਪੇ ਘਾਟੇ ਜਾਊਗਾ। ਕਦੀ 2 ਕਰੋੜ ਉੱਥੇ ਦੇ ਦਿਓ ਗੁਰੂ ਰਾਮਦਾਸ ਹੋਵੇ, ਕਦੀ 2 ਕਰੋੜ ਇੰਜੀਨੀਅਰਿੰਗ ਕਾਲਜ ਦੇ ਦਿਓ, ਕਦੀ 2 ਕਰੋੜ ਇੱਥੇ ਦੇ ਦਿਓ ਮੀਰੀ ਪੀਰੀ ਅਕੈਡਮੀ ਨੂੰ। ਇਦਾਂ ਕਰਕੇ ਮੀਰੀ ਪੀਰੀ ਅਕੈਡਮੀ ਦਾ ਤੇ ਮੈਨੂੰ ਇੱਥੋਂ ਤੱਕ ਪਤਾ ਲੱਗਾ ਕਿ 20 ਕਰੋੜ ਰੁਪਈਆ ਕਰਜ਼ਾ ਲਿਆ ਆਪਣਾ ਬੈਂਕ ਤੋਂ, ਤੇ ਤਕਰੀਬਨ 69 ਲੱਖ ਰੁਪਈਆ ਉਹਦਾ ਸਾਲਾਨਾ ਵਿਆਜ ਆ। ਉਹ ਕਮੇਟੀ ਦੇ ਰਹੀ ਹੈ, ਮਾਲਕ ਬਾਦਲ ਹੈ। ਜੇ ਆਪਣੇ ਪ੍ਰਧਾਨ ਸਾਹਿਬ ਦਾ ਬਿਆਨ ਆਇਆ ਸੀ 4 ਬੱਚੇ। 4 ਬੱਚੇ ਕੀ ਮਤਲਬ? ਉਹ ਕਹਿੰਦੇ ਸਾਨੂੰ ਜੰਮਣੇ ਜ਼ਰੂਰੀ ਆ। ਤੂੰ ਪਹਿਲਾਂ ਆਪਣੇ ਤੇ ਪੂਰੇ ਕਰ ਲਵੇ, ਦੂਸਰਿਆਂ ਨੂੰ ਤਾਂ ਬਾਅਦ ਚ ਦੇ। ਇੱਕ ਬਾਦਲ ਨੂੰ ਕਵੇ ਪੂਰੇ ਕਰ, ਇੱਕ ਉਹਦੇ ਮੁੰਡੇ ਨੂੰ ਕਹੇ ਪੂਰੇ ਕਰੇ, ਫਿਰ ਦੂਜੇ ਵੀ ਕਰ ਲੈਣਗੇ। ਜੇ ਦੂਸਰੇ ਪੱਖ ਦੇਖਦੇ ਆਪਾਂ ਤੇ ਸਿੱਖ ਧਰਮ ਦੇ ਵਿੱਚ ਪਰਿਵਰਤਨ ਕਰਕੇ ਮਤਲਬ ਕਿ ਬਾਹਰ ਜਾ ਰਹੇ ਨੇ ਪੜ੍ਹਾਈ ਦੀ ਖਾਤਰ। ਕੋਈ ਕਹਿੰਦਾ ਮੇਰਾ ਇਲਾਜ ਨਹੀਂ ਹੋ ਰਿਹਾ, ਮੈਂ ਤਾਂ ਜਾ ਰਿਹਾ। ਉਹਨਾਂ ਨੇ ਡੀਪਲੀ ਗੱਲ ਕਰਦੇ ਆ। ਦੇਖੋ, ਇੱਕ ਕੁਦਰਤੀ ਗੱਲ ਆ ਕਿ ਜਿਹੜੇ ਈਸਾਈ ਸਕੂਲ ਨੇ ਉਹਨਾਂ ਦੀ ਪੜ੍ਹਾਈ ਬਹੁਤ ਵਧੀਆ। ਉਹ ਇੱਕ ਮਿਸ਼ਨ ਲੈ ਕੇ 7 ਸਮੁੰਦਰੋਂ ਪਾਰ ਤੋਂ ਆਏ ਨੇ, ਮਿਸ਼ਨ ਲੈ ਕੇ। ਤੇ ਉਹ ਮਿਸ਼ਨ ਹੈ ਉਹਨਾਂ ਦਾ ਐਜੂਕੇਸ਼ਨ ਦੇਣੀ ਤੇ ਹੈਲਥ ਦੇ ਵਿੱਚ ਸੇਵਾਵਾਂ ਕਰਨੀਆਂ। ਤੇ ਉਹਦੇ ਵਿੱਚ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਉਹ ਪੜ੍ਹਾਉਂਦੇ ਨੇ ਤੇ ਉਹਨਾਂ ਦੀਆਂ ਫੀਸਾਂ ਮਾਫ ਕਰ ਦਿੰਦੇ ਨੇ। ਤੇ ਜਿਨ੍ਹਾਂ ਦੀਆਂ ਫੀਸਾਂ ਮਾਫ ਕਰਦੇ ਨੇ ਉਹ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਉਹਨਾਂ ਦਾ ਧਰਮ ਗ੍ਰਹਿਣ ਕਰਦੇ ਨੇ ਜੀ। ਧਰਮ ਉਹ ਸਾਡਾ ਤਿਆਗੀ ਜਾਂਦੇ ਨੇ। ਤੇ ਸਾਡੇ ਕੋਲ ਗੁਰੂ ਮਹਾਰਾਜ ਦੀ ਏਡੀ ਵੱਡੀ ਸਰਕਾਰ ਆ, ਏਡਾ ਵੱਡਾ ਖਜ਼ਾਨਾ ਹੈ। ਜੇ ਅਸੀਂ ਨਹੀਂ ਦੇ ਪਾ ਰਹੇ ਜਾਂ ਸਾਡੇ ਲੀਡਰਾਂ ਨੂੰ ਇੰਨੀ ਅਕਲ ਨਹੀਂ, ਤੇ ਇਹੋ ਕੁਛ ਹੋਊਗਾ। ਵੀ ਜਿਹੜੇ ਨਹੀਂ ਪੜ ਪਾ ਰਹੇ ਉਹ ਨਕਲੀ ਗੁਰੂਆਂ ਦੇ ਡੇਰਿਆਂ ਨੂੰ ਭਾਗ ਲਾਉਣ ਡੇ, ਉਹਨਾਂ ਦੀ ਰੌਣਕਾਂ ਵਧਾਉਣ ਡੇ। ਪੰਜਾਬ ਸਰਕਾਰ ਜਿਹੜਾ ਬਜਟ ਆ ਤੇ ਲੱਗਦਾ ਨਹੀਂ ਕਿ ਇਹਦੇ ਬਹੁਤ ਸਿੱਖਾਂ ਦੇ ਬੱਚੇ, ਗਰੀਬਾਂ ਦੇ ਬੱਚੇ, ਮੈਂ ਮਾਫ ਕਰਨਾ, ਬਹੁਤ ਸਾਰੇ ਅਮੀਰ ਹੈਗੇ ਨੇ ਭਾਈ ਸਾਹਿਬ। ਸਾਡੇ ਕੋਲ ਜਿਹੜੇ ਲੋੜਵੰਦ ਬੱਚੇ ਆ ਨਾ, ਜਿਹੜੇ ਬੱਚੇ ਮੈਰਿਟ ਤੇ ਆਉਂਦੇ ਆ, ਉਹ ਬਹੁਤ ਘੱਟ ਨੇ ਜੀ। ਤੇ ਉਹਨਾਂ ਨੂੰ ਹੀ ਅਸੀਂ ਉਹਨਾਂ ਦੀ ਬਾਹ ਫੜ ਲਈਏ ਤੇ ਉਹ ਅਫਸਰ ਬਣ ਸਕਦੇ ਆ, ਡਾਕਟਰ ਬਣ ਸਕਦੇ ਆ, DC ਬਣ ਸਕਦੇ ਆ, SSP ਬਣ ਸਕਦੇ ਆ, ਫੌਜ ਦੇ ਵਿੱਚ ਉੱਚੇ ਰੁਤਬਿਆਂ ਤੇ ਪਹੁੰਚ ਸਕਦੇ ਆ, ਪਰ ਹਾਇਰ ਐਜੂਕੇਸ਼ਨ ਕਰਕੇ। ਤੇ ਜਦੋਂ ਉਹਨਾਂ ਨੂੰ 10ਵੀਂ ਤੋਂ ਬਾਅਦ ਕੋਈ ਕਿਤਾਬਾਂ ਲੈਣ ਨੂੰ ਪੈਸੇ ਨਹੀਂ ਹੁੰਦੇ ਤੇ ਉਹ ਕੀ ਕਰਨ ਵਿਚਾਰੇ? ਇਦਾਂ ਰੁਲਦੇ ਆ। ਫਿਰ ਜਿਹੜੇ ਅਣਗੌਲਿਆਂ ਕੀਤਾ ਜਾ ਰਿਹਾ, ਇਸ ਚੀਜ਼ ਨੂੰ ਸਮਝਿਆ ਨਹੀਂ ਜਾ ਰਿਹਾ। ਇਹਦਾ ਮਤਲਬ ਫਿਰ ਕਿ ਪੰਜਾਬ ਤੇ ਕਬਜ਼ਾ ਇੱਕ ਕਰਦਾ ਹੀ ਚਾਹੀਦਾ। ਚਾਹੀਦਾ ਨਹੀਂ, ਹੋ ਗਿਆ। ਹੁਣ ਉਹ ਪੰਜਾਬ ਨੇ ਤੇ ਛਡਾ ਲਿਆ, ਹੁਣ ਗੁਰੂ ਘਰ ਤੋਂ ਕਦੋਂ ਛਡਾਉਂਦੇ ਉਹ ਸਿੱਖ, ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਤੁਹਾਨੂੰ ਕੀ ਲੱਗਦਾ ਕਦੋਂ ਤੱਕ ਚੱਲੂ ਇਹਨਾਂ ਦਾ? ਮੈਨੂੰ ਜਿੱਦਣ ਇਲੈਕਸ਼ਨ ਹੋ ਗਏ ਉਦਣ ਹੀ ਚੌਂਟੇ ਚੱਕੇ ਜਾਣੇ ਇਹਨਾਂ ਦੇ। ਉਦਣ ਹੀ ਫੁੱਲ ਚੁਣੇ ਜਾਣੇ ਜੀ। ਬਾਦਲ ਸਾਹਿਬ ਚਾਹੁੰਦੇ ਚਾਹੁੰਦੇ ਦੇਖ ਜਾਣਗੇ ਸਭ ਕੁਝ। ਪਰਮਾਤਮਾ ਕਰੇ ਉਹਨਾਂ ਨੂੰ ਲੰਮੀ ਉਮਰ ਦੇਵੇ। ਮੈਨੂੰ ਲੱਗਦਾ ਕਿ ਉਹ ਜਿੰਦ ਨਮਾਣੀ ਕੱਢੀਏ ਹੱਡਾਂ ਕੋ ਕੜਕਾਏ। ਇਹਦੀ ਜਿੰਦ ਹੱਡਾਂ ਨੂੰ ਕੜਕਾ ਕੜਕਾ ਕੇ ਨਿਕਲਣੀ ਹੈ। ਜਿੰਨੇ ਇਹਨੇ ਗੁਨਾਹ ਕੀਤੇ ਇਸ ਬੰਦੇ ਨੇ ਗੁਰੂ ਘਰ ਨਾਲ, ਗੁਰੂ ਦੀ ਆਤਮਾ ਨਾਲ, ਉਹ ਇਹ ਮਾਫ ਹੋਣ ਵਾਲੇ ਨੇ। ਇਹੋ ਜਿਹੇ ਬੰਦੇ ਦੀ ਜਲਦੀ ਜਾਨ ਨਿਕਲਣੀ ਨਹੀਂ ਚਾਹੀਦੀ। ਅਸੀਂ ਤੇ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਦੇਖ ਕੇ ਜਾਵੇ ਤੇ ਇਹਦਾ ਬੱਚਾ ਜਿਹੜੇ ਨਾ, ਇਹਨੂੰ ਜਿਹੜੀਆਂ ਲੋੜਾਂ ਭਾਲਦਾ ਹੈ, ਸਹੂਲਤਾਂ ਭਾਲਦਾ ਹੈ, ਉਹ ਆਪਣੇ ਬੱਚਿਆਂ ਤੋਂ ਦੇਖ ਕੇ ਜਾਵੇ ਉਹ ਕਿੰਨਾ ਕਰਦੇ ਆ ਜੀ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਸਾਡੇ ਨਾਲ ਮੌਜੂਦ ਸੀ। ਗੱਲਬਾਤ ਹੋਈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਨੂੰ ਲੈ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਬਜਟ ਨੂੰ ਲੈ ਕੇ। ਸਿੰਘ ਸਾਹਿਬ ਨਾਲ ਗੱਲਬਾਤ ਹੋਈ। ਮੇਰਾ ਸਹਿਯੋਗੀ ਹੈ ਤੇਂਦਰਪਾਲ ਸਿੰਘ ਤੇ